ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਸੁਖਮਣੀ ਮਹੱਲੇ ਪੰਜਵੇਂ ਦੀ ਬਾਣੀ। 16 ਸ਼ਲੋਕ ਤੇ 16 ਅਸ਼ਟਪਦੀਆਂ ਆਪਾਂ ਵਿਚਾਰ ਚੁੱਕੇ ਹਾਂ। ਆਓ ਅੱਜ 17ਵਾਂ ਸ਼ਲੋਕ ਤੇ 17ਵੀਂ ਅਸ਼ਟਪਦੀ ਦੀ ਵਿਚਾਰ ਕਰਦੇ ਹਾਂ। ਕੱਲ ਆਪਾਂ ਵਿਚਾਰਿਆ ਸੀ ਕਿ ਜਿਨ੍ਹਾਂ ਉਸ ਨੂੰ ਜਾਣ ਲਿਆ ਹੈ, ਜੋ ਕਿ ਬਿਸਮਾਦ ਹੈ ਪਰਮੇਸ਼ਰ। ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਪ੍ਰਭ ਕੈ ਰੰਗ ਰਾਜ ਜਿਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਬੜ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਜਿਨ੍ਹਾਂ ਦੀ ਇੱਕ ਪ੍ਰਭੂ ਦੇ ਨਾਲ ਲਿਵ ਜੁੜਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਜਿਨ੍ਹਾਂ ਦੀ ਲਿਵ ਜੁੜ ਜਾਂਦੀ ਹੈ ਉਹ ਫਿਰ ਗੁਣ ਗਾਉਂਦਾ ਹੈ ਗੋਬਿੰਦ ਦੇ। ਗੁਰ ਦੀ ਕਿਰਪਾ ਸਦਕਾ ਸੁਖ ਪ੍ਰਾਪਤ ਹੁੰਦੇ ਨੇ। ਆਓ ਅਗਲਾ ਜਿਹੜਾ ਹੁਣ ਆਪਾਂ ਅੱਜ ਸ਼ਲੋਕ ਤੇ ਅਸ਼ਟਪਦੀ ਵਿਚਾਰਦੇ ਹਾਂ, ਉਹਦੇ ਵਿੱਚ ਫਿਰ ਸਾਨੂੰ ਇਹ ਸਮਝਾਇਆ ਹੈ, ਪਹਿਲਾਂ ਤਾਂ ਪਰਮੇਸ਼ਰ ਦੇ ਬਾਰੇ, ਨਿਰੰਕਾਰ ਦੇ ਬਾਰੇ, ਅਕਾਲ ਪੁਰਖ ਵਾਹਿਗੁਰੂ ਦੇ ਬਾਰੇ, ਫਿਰ ਉਸ ਦੇ ਭਗਤਾਂ ਦੇ ਬਾਰੇ। ਸ਼ਲੋਕ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ, ਜਿਵੇਂ ਆਪਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੀ ਸੱਚ। ਪਰਮੇਸ਼ਰ ਆਦਿ ਤੋਂ ਸੱਚ ਹੈ, ਨਿਰੰਕਾਰ ਜੋ ਹੈ। ਫਿਰ ਨਿਰੰਕਾਰ ਨੇ ਆਪਣੇ ਤੋਂ ਨਾਮ ਪੈਦਾ ਕੀਤਾ ਤੇ ਨਾਮ ਦੁਆਰਾ ਸ੍ਰਿਸ਼ਟੀ ਸਾਜ ਕੇ ਯੁੱਗ ਸ਼ੁਰੂ ਕੀਤੇ। ਆਪ ਫਿਰ ਵੀ ਸੱਚ ਮੌਜੂਦ ਹੈ, ਅੱਜ ਵੀ ਹੈ ਤੇ ਹਮੇਸ਼ਾ ਰਹਿਣ ਵਾਲਾ ਹੈ, ਕਿਉਂਕਿ ਉਹ ਸੱਚ ਹੈ, ਉਹ ਅਬਿਨਾਸੀ ਹੈ, ਉਹ ਹਮੇਸ਼ਾ ਹੀ ਹੈ। ਇਸ ਪਰਮੇਸ਼ਰ ਦੇ ਨਿਰੰਕਾਰ ਦੇ ਬਾਰੇ ਸਾਨੂੰ ਗਿਆਨ ਦਿੱਤਾ, ਜੋ ਬਿਸਮਾਦ ਹੈ, ਜਿਨ੍ਹਾਂ ਤੇ ਆਪ ਪ੍ਰਭੂ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਜੁਨਾਇਆ, ਜਿਨ੍ਹਾਂ ਨੇ ਉਸ ਦੇ ਆਨੰਦ ਨੂੰ ਮਾਣਿਆ, ਜਿਨ੍ਹਾਂ ਨੂੰ ਇੱਕ ਖਜ਼ਾਨਾ ਦਿੱਤਾ ਗੁਣ ਗਾਉਣ ਦਾ। ਆਓ ਅਸ਼ਟਪਦੀ ਆਪਾਂ ਵਿਚਾਰਦੇ ਹਾਂ। ਇਹ ਸ਼ਲੋਕ ਸੀ। ਅਸ਼ਟਪਦੀ ਵਿੱਚ ਸਮਝਾਉਂਦੇ ਨੇ, ਚਰਨ ਸਤ ਸਤ ਪਰਸਨਹਾਰ। ਕਿਹਦੇ ਚਰਨ ਸਤ ਨੇ? ਪਰਮੇਸ਼ਰ ਦੇ, ਜੋ ਆਦਿ ਤੋਂ ਸੱਚ ਹੈ, ਜੁਗਾਦ ਵੀ ਸੱਚ ਹੈ, ਅੱਜ ਵੀ ਸੱਚ ਹੈ, ਹਮੇਸ਼ਾ ਰਹਿਣ ਵਾਲਾ ਹੈ। ਉਸ ਪਰਮੇਸ਼ਰ ਦੇ ਨਿਰੰਕਾਰ ਵਾਹਿਗੁਰੂ ਦੇ ਚਰਨ ਜੋ ਨਾਮ ਹੈ, ਜਿੱਥੋਂ ਉਸ ਪ੍ਰਭੂ ਦਾ ਗਿਆਨ ਦੁਆਰਾ ਜੋਤ ਸ਼ੁਰੂ ਹੋ ਜਾਂਦੀ, ਜਿਸ ਨੂੰ ਆਪਾਂ ਜੋਤ ਕਹਿ ਸਕਦੇ ਹਾਂ, ਪ੍ਰਕਾਸ਼ ਕਹਿ ਸਕਦੇ ਹਾਂ, ਗੁਰ ਦੇ ਬਚਨ ਕਹਿ ਸਕਦੇ ਹਾਂ, ਜੋ ਪ੍ਰਭੂ ਆਪਣੇ ਸਾਧੂ ਜਨਾਂ ਦੁਆਰਾ ਦਿੰਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਪਰਮੇਸ਼ਰ ਦੇ ਚਰਨ, ਉਸ ਦੇ ਬਚਨ, ਉਸ ਦੇ ਸ਼ਬਦ, ਉਸ ਦਾ ਗਿਆਨ, ਉਹ ਸੱਚ ਹੈ। ਤੇ ਉਸ ਨੂੰ ਪਰਸਣ ਵਾਲਾ, ਜਦੋਂ ਸਾਡਾ ਧਿਆਨ ਗੁਰ ਦੇ ਗਿਆਨ ਨੂੰ ਪਰਸਦਾ ਹੈ ਮਨ, ਉਹ ਵੀ ਸੱਚ ਹੈ, ਜਿਸ ਨੇ
ਉਸ ਪ੍ਰਭੂ ਦੇ ਸੱਚ ਦੇ ਚਰਨ ਨੇ, ਜਿਹੜੇ ਸੱਚ ਨੇ, ਉਸ ਨੂੰ ਪਰਸਿਆ ਹੈ, ਉਹ ਵੀ ਸੱਚ ਹੋ ਜਾਂਦਾ ਹੈ। ਉਸੇ ਦਾ ਰੂਪ ਹੈ। ਪੂਜਾ ਸਤ, ਜੋ ਪ੍ਰਭੂ ਦੀ ਪੂਜਾ ਹੈ ਉਹ ਸੱਚ ਹੈ। ਤੇ ਜਿਹੜਾ ਉਹ ਪੂਜਾ ਕਰਨ ਵਾਲਾ ਸੇਵਦਾਰ ਹੈ, ਪੂਜਾ ਸਤ, ਸਤ ਸੇਵਦਾਰ। ਪੂਜਾ ਕਰਨ ਵਾਲਾ ਵੀ ਸੱਚ ਤੇ ਪੂਜਾ ਵੀ ਸੱਚ ਹੈ, ਪਰ ਕਿਸ ਦੀ? ਜੋ ਆਦਿ ਤੋਂ ਸੱਚ ਹੈ, ਜੁਗਾਂ ਤੋਂ ਸੱਚ, ਜੁਗਾਂ ਵਿੱਚ ਵੀ ਸੱਚ ਹੈ, 4 ਯੁੱਗ ਹੋ ਗਏ, ਅੱਜ ਵੀ ਸੱਚ ਹੈ ਤੇ ਹਮੇਸ਼ਾ ਹੀ ਸੱਚ ਰਹਿਣ ਵਾਲਾ ਹੈ। ਉਸ ਸੱਚ ਦੀ ਇੱਥੇ ਵਿਚਾਰ ਚੱਲਦੀ ਹੈ। ਦਰਸ਼ਨ ਸਤ, ਉਸਦੇ ਸੱਚ, ਦਰਸ਼ਨ ਸੱਚ ਨੇ, ਝੂਠ ਨਹੀਂ। ਸਤ ਪੇਖਣਹਾਰ, ਤੇ ਜਿਹੜਾ ਦਰਸ਼ਨ ਕਰਨ ਵਾਲਾ ਹੈ ਪ੍ਰਭੂ ਦੇ, ਉਹ ਵੀ ਸੱਚ ਹੋ ਜਾਂਦਾ ਹੈ, ਉਹ ਵੀ ਸੱਚ ਹੈ। ਕਿਉਂਕਿ ਕੌਣ ਕਰ ਸਕਦਾ ਹੈ ਦਰਸ਼ਨ? ਮਨ। ਮਨ ਅੰਸ਼ ਹੈ ਪ੍ਰਭੂ ਦੀ, ਇਸ ਕਰਕੇ ਉਹ ਮਨ ਵੀ ਸੱਚ ਹੈ ਤੇ ਪ੍ਰਭੂ ਦੇ ਦਰਸ਼ਨ ਵੀ ਸੱਚ ਨੇ। ਨਾਮ ਸਤ, ਪ੍ਰਭੂ ਦਾ ਨਾਮ ਵੀ ਸੱਚ ਹੈ। ਸਤ ਧਿਆਵਣਹਾਰ, ਜਿਹੜਾ ਨਾਮ ਨੂੰ ਧਿਆਉਂਦਾ ਹੈ, ਕਿਉਂਕਿ ਨਾਮ ਧਿਆਉਣ ਦੇ ਵਿੱਚ ਹੈ। ਗੁਰ ਦਾ ਗਿਆਨ ਲੈ ਕੇ, ਸੁਣ ਕੇ ਜਦੋਂ ਮਨ ਪਰਸਦਾ ਹੈ, ਪ੍ਰਭੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਨਾਮ ਪ੍ਰਗਟ ਹੋ ਜਾਂਦਾ ਹੈ, ਨਾਮ ਨੂੰ ਧਿਆਉਂਦਾ ਹੈ। ਨਾਮ ਵੀ ਸੱਚ ਹੈ ਤੇ ਉਸ ਨੂੰ ਧਿਆਉਣ ਵਾਲਾ ਵੀ ਸੱਚ ਹੈ। ਆਪ ਸਤ, ਸਤ ਸਵਤਾਰੀ, ਕਿਉਂਕਿ ਆਪ ਪ੍ਰਭੂ ਸੱਚ ਹੈ, ਉਸ ਦੁਆਰਾ ਧਾਰਿਆ ਹੋਇਆ ਵੀ ਸੱਚ ਹੈ। ਜਦੋਂ ਉਹ ਆਪਾ ਗਿਆਨ ਕਰਵਾ ਦਿੰਦਾ, ਬੁਝਾ ਦਿੰਦਾ ਹੈ, ਫਿਰ ਉਸ ਵਾਸਤੇ ਸਾਰਾ ਕੁਝ ਸੱਚ ਹੀ ਹੈ। ਆਪੇ ਗੁਣ, ਆਪੇ ਗੁਣਕਾਰੀ, ਗੁਣ ਵੀ ਆਪ ਹੈ ਤੇ ਗੁਣ ਦੇਣ ਵਾਲਾ ਵੀ ਆਪ ਹੈ। ਸ਼ਬਦ ਬਚਨ ਵੀ ਆਪ ਹੈ, ਆਪਣਾ ਦੇਣ ਵਾਲਾ ਬਚਨ ਵੀ ਆਪ ਤੇ ਬਚਨ ਵੀ ਆਪ ਹੈ। ਗੁਣ ਵੀ ਆਪ ਤੇ ਗੁਣ ਦੇਣ ਵਾਲਾ, ਗੁਣ ਪੈਦਾ ਕਰਨ ਵਾਲਾ ਆਪ ਹੈ। ਸ਼ਬਦ ਸਤ, ਸਤ ਪ੍ਰਭਗਤਾ, ਉਹ ਸ਼ਬਦ ਸੱਚ ਹੈ ਜਿਹੜਾ ਸੱਚ ਪ੍ਰਭੂ ਆਪ ਬਕਦਾ ਹੈ, ਬੋਲਦਾ ਹੈ। ਕਿੱਥੋਂ ਬੋਲਦਾ ਹੈ? ਸਾਧੂ ਜਨਾਂ ਦੀ ਰਸਨਾ ਤੋਂ, ਆਪਣੇ ਸੰਤ ਜਨਾਂ, ਸਾਧੂ ਜਨਾਂ ਦੀ ਰਸਨਾ ਤੋਂ। ਜਦੋਂ ਆਪ ਪ੍ਰਭੂ ਉਹ ਸ਼ਬਦ ਬੋਲਦਾ ਹੈ, ਉਹ ਸ਼ਬਦ ਵੀ ਸੱਚ ਹੈ। ਸੁਰਤ ਸਤ, ਸਤ ਜਸ ਸੁਣਤਾ, ਜਿਹੜੀ ਸੁਰਤ ਉਸ ਸ਼ਬਦ ਨੂੰ, ਸੱਚੇ ਸ਼ਬਦ ਨੂੰ ਸੁਣਦੀ ਹੈ, ਜੋ ਹਰੀ ਦਾ ਜਸ ਹੈ, ਸੱਚਾ ਸ਼ਬਦ ਹੈ, ਸੱਚਾ ਗੁਰ ਹੈ, ਉਸ ਨੂੰ ਸੁਣਨ ਵਾਲੀ ਸੁਰਤ ਵੀ ਸੱਚੀ ਹੋ ਜਾਂਦੀ, ਉਹ ਵੀ ਸੱਚ ਹੈ। ਬੁੱਝਣਹਾਰ ਕੋ ਸਤ ਸਭ ਹੋਏ, ਜਿਹੜੇ ਫਿਰ ਇਹ ਬੁੱਝਣ ਲੈਂਦੇ ਨੇ, ਗੁਰ ਦਾ ਗਿਆਨ ਲੈ ਕੇ ਬੁੱਝ ਲੈਂਦੇ ਨੇ, ਉਹਨਾਂ ਵਾਸਤੇ ਸਾਰਾ ਕੁਝ ਹੀ ਸੱਚ ਹੈ। ਨਾਨਕ ਸਤ, ਸਤ ਪ੍ਰਭ ਸੋਏ। ਫਿਰ ਸਤਿਗੁਰੂ ਸਮਝਾਉਂਦੇ ਨੇ ਕਿ ਉਹ ਸੱਚ ਹੀ ਸੱਚ ਹੈ, ਪ੍ਰਭੂ ਸੱਚ ਹੈ, ਉਸ ਦਾ ਧਾਰਿਆ ਹੋਇਆ ਵੀ ਸੱਚ ਹੈ, ਕਿਉਂਕਿ ਸਾਰਿਆਂ ਦੇ ਅੰਦਰ ਉਸ ਪ੍ਰਭੂ ਦੀ ਜੋਤ ਹੈ, ਅੰਸ਼ ਹੈ। ਪਰ ਇਹ ਕਿਹਨਾਂ ਨੂੰ? ਜਿਨ੍ਹਾਂ ਨੂੰ ਬੁੱਝ ਲਿਆ। ਪਿਛਲੇ ਉਹਦੇ ਵਿੱਚ ਬੁੱਝਦਾ ਕੌਣ ਹੈ? ਜਿਨ੍ਹਾਂ ਨੂੰ ਖੁਸ਼ ਹੁੰਦਾ ਹੈ। ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੁਪਰਸੰਨ। ਇਸ ਕਰਕੇ ਜਿਨ੍ਹਾਂ ਨੂੰ ਬੁਝਾ ਦਿੰਦਾ ਉਹ ਫਿਰ ਸੱਚ ਨੇ। ਸਤ ਸਰੂਪ ਹਿਰਦੈ ਜਿਨ ਮਾਨਿਆ। ਹੁਣ ਜਿਨ੍ਹਾਂ ਨੇ ਇਹ ਸੁਣ ਕੇ, ਗਿਆਨ ਲੈ ਕੇ, ਉਸ ਸੱਚ ਸਰੂਪ ਨੂੰ ਹਿਰਦੇ 'ਚ ਸੁਣ ਕੇ ਮੰਨ ਲਿਆ, ਸੱਚੇ ਸ਼ਬਦ ਨੂੰ, ਗੁਰ ਦੇ ਸ਼ਬਦ ਨੂੰ, ਗੁਰ ਦੇ ਗਿਆਨ ਨੂੰ, ਜਿਸ ਨੂੰ ਚਰਨ ਵੀ ਕਹਿ ਦਿੱਤਾ ਹੈ, ਸ਼ਬਦ ਵੀ ਕਹਿ ਦਿੱਤਾ ਹੈ। ਇਸ ਕਰਕੇ ਜਿਨ੍ਹਾਂ ਨੇ ਉਸ ਨੂੰ ਸੱਚ ਕਰਕੇ ਮੰਨ ਲਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ।
ਉਹਨਾਂ ਨੇ ਉਸ ਕਰਨ ਕਰਾਵਨ ਪ੍ਰਭੂ ਜੋ ਹੈ ਉਸ ਮੂਲ ਨੂੰ ਪਹਿਚਾਨ ਲਿਆ, ਜਿਨ੍ਹਾਂ ਨੇ ਉਸ ਨੂੰ ਸੱਚ ਕਰਕੇ ਮੰਨ ਲਿਆ, ਜਿਨ੍ਹਾਂ ਨੇ ਗੁਰ ਸ਼ਬਦ ਨੂੰ ਸੱਚਾ ਸ਼ਬਦ ਕਰਕੇ ਮੰਨ ਲਿਆ ਵੀ ਹਾਂ ਇਹ ਸੱਚ ਹੈ, ਵਿਸ਼ਵਾਸ ਕੀਤਾ। ਜਾ ਕੇ ਹਿਰਦਾ ਵਿਸ਼ਵਾਸ ਪ੍ਰਭ ਆਇਆ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਸ਼ਬਦ ਦਾ ਤੇ ਵਿਸ਼ਵਾਸ ਆ ਗਿਆ ਜਿਹੜਾ ਆਪ ਪ੍ਰਭੂ ਨੇ ਆਪਣੇ ਜਨਾਂ ਦੀ ਰਸਨਾ ਤੇ ਬੈਠ ਕੇ ਆਪ ਦਿੱਤਾ, ਆਪ ਬੋਲਿਆ। ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਉਹਨਾਂ ਦੇ ਮਨ ਦੇ ਵਿੱਚ ਉਹ ਤਤ ਪ੍ਰਕਾਸ਼ ਪ੍ਰਗਟ ਹੋ ਗਿਆ ਜੋ ਤਤ ਗਿਆਨ ਹੈ, ਨਾਮ ਤਤ ਹੈ, ਹਰ ਤਤ ਜਿਸ ਨੂੰ ਕਹਿ ਦਿੱਤਾ ਹੈ। ਪਰ ਉਹਨਾਂ ਦੇ ਜਿਨ੍ਹਾਂ ਦੇ ਹਿਰਦੇ 'ਚ ਵਿਸ਼ਵਾਸ ਆ ਗਿਆ, ਭੈ ਤੇ ਨਿਰਭਉ ਹੋਏ ਬਸਾਨਾ। ਫਿਰ ਜੋ ਮਨ ਭੈ ਦੇ ਵਿੱਚ ਸੀ ਪਹਿਲਾਂ, ਫਿਰ ਇਸ ਤੋਂ ਜਦੋਂ ਉਸ ਪ੍ਰਭੂ 'ਚ ਵਿਸ਼ਵਾਸ ਆ ਗਿਆ, ਫਿਰ ਨਿਰਭਉ ਦੇ ਵਿੱਚ ਸਮਾ ਗਿਆ, ਜੋਤ ਨਿਰਭਉ ਦੇ ਵਿੱਚ ਸਮਾ ਗਈ। ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਿਸ ਤੋਂ ਅਸੀਂ ਪੈਦਾ ਹੋ ਕੇ ਸੰਸਾਰ 'ਚ ਆਏ ਸੀ, ਵਿਛੜ ਗਏ ਸੀ, ਫਿਰ ਜਾ ਕੇ ਉਸ ਦੇ ਵਿੱਚ ਸਮਾ ਗਿਆ। ਪਰ ਕੌਣ? ਜਿਨ੍ਹਾਂ ਨੇ ਉਸ ਨੂੰ ਸੱਚ ਕਰਕੇ ਮੰਨਿਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਸ਼ਵਾਸ ਆਇਆ। ਬਸਤ ਮਾਹੇ ਲੈ ਬਸਤ ਗੜਾਈ। ਜਿਵੇਂ ਇੱਕ ਵਸਤੂ ਆਪਾਂ ਦੂਜੀ ਵਸਤ 'ਚ ਪਾ ਦਿੰਦੇ ਹਾਂ, ਇੱਕ ਵਿਛੜੀ ਬੂੰਦ ਆਪਾਂ ਸਾਗਰ 'ਚ ਪਾ ਦਈਏ, ਇੱਕ ਵਿਛੜੀ ਬੂੰਦ ਜ਼ਿਆਦਾ ਪਾਣੀ 'ਚ ਪਾ ਦਈਏ, ਉਸੇ ਦਾ ਰੂਪ ਹੋ ਜਾਂਦੀ ਹੈ। ਇੱਦਾਂ ਸਾਡੀ ਜੋਤ ਵੀ ਜਦੋਂ ਉਸ ਪ੍ਰਭੂ 'ਚ ਪਾ ਦਿੱਤੀ, ਤਾਂ ਕੋ ਪਿੰਨ ਨਾ ਕਹਿਣਾ ਜਾਈ, ਫਿਰ ਉਸੇ ਦਾ ਰੂਪ ਹੋ ਗਈ। ਜਿਵੇਂ ਬੂੰਦ ਜਦੋਂ ਪਾਣੀ 'ਚ ਮਿਲ ਗਈ ਤੇ ਬੂੰਦ ਦਾ ਆਪਾ ਖਤਮ ਹੋ ਗਿਆ, ਆਪਾਂ ਉਸ ਬੂੰਦ ਨੂੰ ਵੱਖ ਨਹੀਂ ਕਹਿ ਸਕਦੇ ਉਸ ਤੋਂ। ਇੱਦਾਂ ਹੀ ਜਦੋਂ ਸਾਡੀ ਜੋਤ ਪ੍ਰਭੂ ਦੇ ਵਿੱਚ ਮਿਲਾ ਦਿੱਤੀ, ਸਮਾ ਗਈ, ਤੇ ਆਪਾਂ ਉਸ ਤੋਂ ਭਿੰਨ ਨਹੀਂ ਹਾਂ, ਆਪਾਂ ਉਸੇ ਦਾ ਹੀ ਰੂਪ ਹਾਂ। ਉੱਥੇ ਸਾਡਾ ਅਸੀਂ ਵੀ ਸੱਚ ਹਾਂ, ਸਾਡਾ ਮਨ ਵੀ ਸੱਚ ਹੈ, ਖਾਲਸਾ ਹੈ। ਬੁਝੈ ਬੂਝਣ ਹਾਰ ਵਿਵੇਕ। ਇੱਦਾਂ ਜਿਹੜੇ ਬੁਝਦੇ ਨੇ, ਜਿਨ੍ਹਾਂ ਨੂੰ ਵਿਸ਼ਵਾਸ ਆ ਜਾਂਦਾ ਹੈ, ਉਹਨਾਂ ਨੂੰ ਪ੍ਰਗਟ ਹੋ ਜਾਂਦਾ ਹੈ, ਉਹਨਾਂ ਦੀ ਬੁੱਧ ਜਿਹੜੀ ਹੈ ਵਿਵੇਕ ਹੋ ਜਾਂਦੀ ਹੈ। ਬੁਝਾ ਦਿੰਦਾ ਪ੍ਰਭੂ ਆਪ, ਉਹ ਬੁਝ ਲੈਂਦੇ ਨੇ, ਉਹਨਾਂ ਦੀ ਬੁੱਧ ਵਿਵੇਕ ਹੋ ਜਾਂਦੀ ਹੈ। ਨਾਰਾਇਣ ਮਿਲੇ ਨਾਨਕ ਏਕ, ਕਿਉਂਕਿ ਆਪ ਪ੍ਰਭੂ ਉਹਨਾਂ ਨੂੰ ਪ੍ਰਗਟ ਹੋ ਕੇ ਮਿਲਦਾ ਹੈ। ਪਰ ਜਿਨ੍ਹਾਂ ਦੇ ਹਿਰਦੇ 'ਚ ਵਿਸ਼ਵਾਸ ਆਉਂਦਾ ਹੈ, ਜਿਹੜੇ ਗੁਰ ਸ਼ਬਦ ਨੂੰ ਸੱਚ ਕਰਕੇ ਮੰਨਦੇ ਨੇ, ਜਿਹੜੇ ਇਹ ਮੰਨਦੇ ਨੇ ਕਿ ਇਹ ਜੋ ਗਿਆਨ ਦੇ ਰਿਹਾ ਹੈ, ਗੁਰ ਦਾ ਗਿਆਨ ਜਦੋਂ ਆਪਾਂ ਲੈਂਦੇ ਹਾਂ, ਜਦੋਂ ਅਸੀਂ ਇਹ ਸਮਝਦੇ ਹਾਂ ਕਿ ਇਹ ਕੋਈ ਇਹ ਜੀਵ ਨਹੀਂ ਦੇ ਰਿਹਾ, ਕੋਈ ਇਨਸਾਨ ਨਹੀਂ ਦੇ ਰਿਹਾ, ਜੋ ਸਾਨੂੰ ਨਜ਼ਰ ਆ ਰਿਹਾ ਹੈ ਇਨਸਾਨ, ਇਹ ਨਹੀਂ ਦੇ ਰਿਹਾ, ਇਹ ਵਿਚਾਰਾ ਕਿਆ ਦੇ ਸਕਦਾ ਹੈ, ਇਹਦੇ ਕੋਲ ਕੁਛ ਨਹੀਂ ਹੈ, ਇਹ ਤਾਂ ਉਸ ਪ੍ਰਭੂ ਦਾ ਖਜ਼ਾਨਾ ਹੈ। ਆਪਾਂ ਰਹਿਰਾਸ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕੈ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਕਰਨ ਵਾਲਾ ਆਪ ਹੈ, ਪਰ ਉਹ ਅਦਿਸ਼ਟ ਹੈ, ਦਿਸਦਾ ਨਹੀਂ, ਪਰ ਆਪਣੇ ਜਨਾਂ ਦੀ ਰਸਨਾ ਤੋਂ ਬੈਠ ਕੇ ਆਪਣਾ ਗਿਆਨ ਕਰਵਾਉਂਦਾ, ਆਪ ਆਪਣੇ ਜਨਾਂ ਦੀ ਰਸਨਾ ਤੇ ਬੋਲਦਾ ਹੈ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ। ਤੇ ਜਿਹੜੇ ਉਸ ਨੂੰ ਸੱਚ ਕਰਕੇ ਮੰਨਦੇ ਨੇ, ਫਿਰ ਉਹਨਾਂ ਦੀ ਇਹ ਅਵਸਥਾ ਬਣਦੀ ਹੈ, ਉਹਨਾਂ ਨੂੰ ਆਪ ਪਰਮੇਸ਼ਰ ਸਾਹਮਣੇ ਪ੍ਰਗਟ ਹੋ ਜਾਂਦਾ ਹੈ, ਮਿਲਾਪ ਹੋ ਜਾਂਦਾ ਹੈ। ਠਾਕੁਰ ਕਾ ਸੇਵਕ ਆਗਿਆਕਾਰੀ, ਆਪ ਆਪਣੀ ਆਗਿਆ ਦੇ ਵਿੱਚ ਲਾਉਂਦਾ, ਹੁਕਮ ਦੇ ਵਿੱਚ ਲਾਉਂਦਾ ਹੈ। ਇਸ ਕਰਕੇ ਜੋ ਪਰਮੇਸ਼ਰ ਦਾ ਸੇਵਕ ਹੈ, ਉਹ ਉਸ ਪ੍ਰਭੂ ਦੀ ਆਗਿਆ ਦੇ ਵਿੱਚ ਚੱਲਦਾ ਹੈ। ਉਸ ਨੂੰ ਇਹ ਨਹੀਂ ਵੀ ਲੋਕ ਕਿਆ ਕਹਿਣਗੇ, ਇੱਥੇ ਸੰਸਾਰ ਦੇ ਕਰਮ ਹੋਰ ਨੇ, ਸੰਸਾਰ ਵਿੱਚ ਰੀਤੀ ਹੋਰ ਹੈ, ਲੇਕਿਨ ਨਹੀਂ, ਕਿਉਂਕਿ
वो प्रभु का आज्ञाकारी है। ठाकुर का सेवक आज्ञाकारी, उसकी आज्ञा भी चलता, उसके हुक्म भी चलता है। ठाकुर का सेवक सदा पुजारी। जो ठाकुर का सेवक है, उस प्रभु का सेवक है, वो सदा ही पुजारी है, पूजा करता है। किसदी? सच दी। इसकी सच की पूजा करके की हो जाता है? सच। उसका सेवादार सच है, क्योंकि प्रभु सत है, चरण सत ने। ठाकुर के सेवक है मन प्रतीत, क्योंकि जो ठाकुर का सेवक है उसके मन के विच पूरा भरोसा है, पूर्ण प्रतीत है। ठाकुर के सेवक की निर्मल रीत। जो ठाकुर का सेवक है उसकी जी रीत है वो निर्मल है, वो संसार तो निराली है, वो वखरी है। क्योंकि जो आखन सुनन दे विच है, लिखण तक है, वो एक त्रै गुण ने। जिहड़ा ध्यान मार्ग ते चलना है, दृष्टि का खेल है, वो एक वखरा। इस करके जिहड़ा ध्यान मार्ग है ये निर्मल रीत है। ठाकुर को सेवक जाने संग। सेवक जिहड़ा ठाकुर का सेवक है प्रभु का, उसनूं संगे देखता है, जानता है, जान लिया, पहचान लिया, हर समय अंग संग है, हर समय हजूर रहता है प्रभु, जिथे भी जाता प्रगट है। प्रभु का सेवक नाम का रंग। प्रभु का जिहड़ा सेवक है वो नाम दे रंग दे विच रंगिया है, वो रंग चढ़ गया है। जिमें आपां कल विचार रहे सी कि मजीठ का रंग जिहड़ा नाम का रंग है, मजीठ का रंग चढ़ गया, वही प्रभु नूं पाउंदा है। जिनके चोले रतले प्यारे कंत तिना कै पास। जिन्हां दा फिर ये रंग चढ़ गया उन्हां दे सदा संग रहिंदा है। सेवक को प्रभु पालनहारा। आप पालनहार है, अपने सेवक नूं आप पालदा है, तन नूं भी पालदा है, लेकिन मन दी भी रखवाली भी करदा है, मन नूं भोजन भी देंदा है। जिथे आपां पढ़ के आए पिछे, मृतक को जीवालनहार, भूखे को देवत आधार। इस करके मन का भी पालनहार है, तन का भी पालनहार। सेवक की राखे निरंकारा। सेवक की रखदा भी है। जेड़े जन जिन्हां जनां नूं लैके जांदा प्रभु दी शरण दे विच, उन्हां दी रखदा भी है। आप रखनहारा है, आप पालनहारा है, आप चलाउण वाला है। सो सेवक जिस दया प्रभु तारै। पर सेवक कदों बनदा प्रभु? प्रभु का जीव जदों प्रभु आप दया करता है, जिस ते दया करता उसनूं अपना सेवक बना लेंदा है। जिवें आपां संसार दे विच किसी जीव नूं अपना सेवा दे विच ला लईए। बहुत बड़े बड़े लोग ने, बड़े बड़े लीडर संसार दे विच, संसार की गल करिए तो जिन्हां ते खुश होंदे उन्हां नूं अपने सेवा चला लेंदे। चाहे कोई घर सफाई वास्ते रख लेंदे, कुछ भी। बड़े महाराजे लोग जिहड़े संसारिक तौर पर। इदां ही इत्थे साडे वास्ते कोई राजे मैंने नहीं रखते। साडे वास्ते कौन है? साडा जो प्रभु राजा है, परमेश्वर। वो जिस ते दया करदा उसनूं अपना सेवक बना लेंदा है। नानक सो सेवक सास सास समारे। वो सेवक है जो जिसनूं अपना बना लेंदा है तो उसनूं आप संभालदा है, आप उसनूं पालनहार, आप उसकी राखी करने वाला है, उसकी रखता है। ते सेवक उस प्रभु नूं सिमरदा है, सवा सास से प्रभु उसनूं संभालदा है। सदा अंग संग रहिंदे ने।
कदे विछोड़ा नहीं है। अपने जन का परदा ढक, आ प्रभु अपने जनां दा परदा ढकदा है, फिर अपने जनां दी गलती नूं भी लुको लैंदा है, अपने जनां दी इज्जत मान नूं लाज रखदा है। प्रभु अपने सेवक की सिर पर रख है, सदा अपने सेवक की राखी करता है, सदा उसकी लाज रखता है। अपने दास को दे बढ़ाई, अपने दास नूं प्रभु फिर आप बढ़ाई बख्शिश करता है। अपने सेवक को नाम जपाई, फिर अपने सेवक नूं नाम जपाउंदा है, उस द्वारा ज्ञान देंदा है, जिसनों अपनी सेवा च लाउंदा है। ये बढ़ाई बख्शदा है, सिर्फ सलाह दी कपड़ा बख्श देंदा है, अपने च रत लेंदा है। जिन बढ़ियाई तेरे नाम की तेरे ते मन माही, जिन्होंने बढ़ियाई बख्श देंदा है उहदे च रते जांदे ने। अब फिर अपने सेवकां नूं नाम जपाउंदा है, फिर अपनी सिफ़त सलाह कराउंदा है। अपने सेवक की आप पत रख है, अपने सेवक की आप मान इज्जत लाज रखता है। ताकि गत मित कोई न लग है, वो जो ज्ञान है उसनूं, जो वो खजाना नाम दा सौंपिया है, दूजा जीव उसनूं लख नहीं सकता, क्योंकि वो खजाना प्रभु दा है, जिसनूं दिता उसे दे कोल है। इस करके वो अपने सेवकां दी आप लाज रखता है। प्रभु के सेवक को न पहुँचे, जिथे प्रभु दा सेवक जिस अवस्था ते रहिंदा है, जिसनूं आपां विचारिया भी है कि अवस्थावां ने धर्मखंड तो अगलियां ज्ञानखंड, सरमखंड, कर्मखंड, सचखंड। जिहड़े प्रभु दे सेवक ने, जिन्हां नूं आप एक वडियाई बख्शदा है, अपनी सेवा चलाउंदा है, उन्हां नूं कर्मखंड दे विच ले जांदा है। कर्मखंड ते सरमखंड एक पौड़ी, कर्मखंड ते सचखंड एक पौड़ी है, ज्ञानखंड ते सरमखंड एक पौड़ी है। इदां आ प्रभु उत्थे लै जांदा कर्मखंड दे विच, जिथे अपने आप कोई नहीं पहुँच सकता। जिन्हों आपां पढ़दे हां, कर्मखंड की बाणी जोर, तिथै होर न कोई होर, तिथै जोध महाबल सूर, तिन मैं राम रहा भरपूर। तिथे सीतो सीता महिमा, तिथे सीतो सीता महिमा माहे, ताके रूप न कथने जाहे, न ओ मरै न ठागे जाहे, जिनके राम बसै मन माहे। तिथे भगत बसै ते लो, करे आनंद सच्चा मन सोए। तो अवस्था दे विच प्रभु आप अपने सेवक नूं लैके जांदा, उत्थे दूजा नहीं पहुँच सकता। प्रभु के सेवक ऊच ते ऊचे, प्रभु दे जिहड़े सेवक ने ऊचे ते ऊची अवस्था, जिथे आप प्रभु वसदा है। बड़ा साहिब ऊंचा थाओ, ऊंचे ऊपर ऊंचा नाओ, एवड़ ऊंचा होवे कोए, तिस ऊंचे को जाने सोए। जेवड़ आप जाने आप नानक नदरी करमी दात। ये नदरां दी जिहड़ी कर्म है, नदरां दी दृष्टि दा ये दात दिंदा है भी तुसीं इस तरीके नाल दृष्टि नाल किवें जीवां नूं मेरे नाल जोड़ना है, किहड़ा ज्ञान दा सुरमा नेत्रां च पा के सोजी बख्शनी है। ये प्रभु आप अपनी दात दिंदा है। जो प्रभु अपनी सेवा लाया, जिसनों प्रभु अपनी सेवा दे विच लाउंदा है, अपना सेवक बनाउंदा है, नानक सो सेवक दै दिस प्रगटाया। वो प्रभु दा जो सेवक है, जिसनों अपनी सेवा चलाउंदा है, दह दिशावां दे विच उसनों प्रगट भी कर देंदा है, क्योंकि प्रगट किसने करना है? आप। नीकी कीरी महक रख है,
ਆ ਪ੍ਰਭੂ ਨਿੱਕੀ ਕੀੜੀ ਜਿਵੇਂ ਹੁੰਦੀ ਹੈ, ਇੱਦਾਂ ਇੱਥੇ ਸਾਡਾ ਮਨ ਵੀ ਸੂਖਸ਼ਮ ਹੈ, ਪਰ ਆਪ ਰਾਖੀ ਕਰਦਾ। ਜਿਵੇਂ ਕੀੜੀ ਦੀ ਰਾਖੀ ਕਰਦਾ ਹੈ, ਇੱਦਾਂ ਪ੍ਰਭੂ ਆਪਣੇ ਸੇਵਕਾਂ ਦੀ ਆਪ ਰਾਖੀ ਕਰਦਾ ਹੈ, ਜਿਨ੍ਹਾਂ ਨੂੰ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ। ਜਿਵੇਂ ਆਪਾਂ ਪ੍ਰਹਿਲਾਦ ਦੀ ਸਾਖੀ ਸੁਣਦੇ ਹਾਂ ਕਿ ਜਦੋਂ ਹਰਨਾਕਸ਼ ਨੇ ਇੱਕ ਥੰਮ ਤਪਾਇਆ, ਜਦੋਂ ਪੂਰਾ ਲਾਲ ਹੋ ਗਿਆ ਤੇ ਫਿਰ ਪ੍ਰਹਿਲਾਦ ਨੂੰ ਕਿਹਾ ਵੀ ਇਸ ਥੰਮ ਨੂੰ ਜੱਫਾ ਪਾ। ਤੇ ਪ੍ਰਹਿਲਾਦ ਕੀ ਦੇਖਦਾ ਹੈ? ਕੌਤਕ ਪਰਮੇਸ਼ਰ ਦਾ ਕਿ ਥੰਮ ਦੇ ਉੱਤੇ ਕੀੜੀ ਫਿਰਦੀ ਹੈ। ਉਹ ਅਗਨ ਕੀੜੀ ਨੂੰ ਜਾਲ ਨਹੀਂ ਰਹੀ, ਥੰਮ ਤਪਦਾ ਹੈ ਲੇਕਿਨ ਕੀੜੀ ਉਸ ਤੇ ਫਿਰ ਰਹੀ ਹੈ। ਤੇ ਸਮਝ ਗਿਆ ਕਿ ਪ੍ਰਭੂ ਦਾ ਇਸ਼ਾਰਾ ਹੈ, ਤੇ ਆਪ ਵੀ ਜੱਫਾ ਪਾ ਲਿਆ ਥੰਮ ਨੂੰ। ਥੰਮ ਫਟਿਆ, ਵਿੱਚੋਂ ਆਪ ਨਰਸਿੰਘ ਦੇ ਰੂਪ ਦੇ ਵਿੱਚ ਪ੍ਰਗਟ ਹੋ ਕੇ ਹਰਨਾਕਸ਼ ਦਾ ਸੰਘਾਰ ਕੀਤਾ। ਇੱਦਾਂ ਪ੍ਰਭੂ ਆਪਣੇ ਜਨਾਂ ਨੂੰ ਆਪ ਰੱਖਦਾ ਹੈ। ਭਸਮ ਕਰੇ ਲਸ਼ਕਰ ਕੋਟ ਲੱਖ ਹੈ। ਜੇ ਕੋਈ ਉਸ ਦਾ ਵਿਰੋਧੀ ਹੈ, ਉਸ ਨੂੰ ਭਸਮ ਕਰ ਦਿੰਦਾ ਹੈ, ਲਸ਼ਕਰ ਭਸਮ ਕਰ ਦਿੰਦਾ ਹੈ, ਕਿਉਂਕਿ ਪ੍ਰਭੂ ਸਮਰੱਥ ਹੈ। ਕੁਛ ਵੀ ਹੋਵੇ, ਕੋਈ ਵੱਡਾ ਸੂਰਮਾ ਹੋਵੇ, ਜੇ ਪ੍ਰਭੂ ਰਾਖਾ ਸਾਡਾ, ਤਾਂ ਫਿਰ ਸਾਡਾ ਕੋਈ ਕੁਛ ਵੀ ਨਹੀਂ ਵਿਗਾੜ ਸਕਦਾ। ਆਪ ਸਾਡਾ ਰਖਵਾਲਾ ਹੋ ਜਾਂਦਾ ਹੈ। ਜਿਸ ਕਾ ਸਾਸ ਨਾ ਕੱਢਤਾ ਆਪ, ਜਿਸ ਦਾ ਸਵਾਸ ਆਪ ਨਹੀਂ ਕੱਢਦਾ, ਤਾ ਕੋ ਰਾਖਤ ਦੇ ਕਰ ਹੱਥ, ਉਸ ਨੂੰ ਆਪ ਬਚਾਉਂਦਾ, ਉਸ ਦੀ ਰਾਖੀ ਆਪ ਕਰਦਾ, ਆਪ ਹੱਥ ਦੇ ਕੇ ਰੱਖਦਾ ਹੈ। ਕਿਉਂਕਿ ਜਿਸ ਨੂੰ ਮਾਰਨਾ ਹੈ ਉਸ ਨੂੰ ਕੋਈ ਬਚਾ ਨਹੀਂ ਸਕਦਾ। ਆਪ ਵਿਚਾਰ ਕੇ ਆਏ, ਮਾਰੈ ਰਾਖੈ ਕੋ ਆਪ, ਮਾਨੈ ਕੇ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਪ੍ਰਭ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਕੋਈ। ਜਿਸ ਦਾ ਸਵਾਸ ਨਹੀਂ ਕੱਢਦਾ, ਆਪ ਹੱਥ ਦੇ ਕੇ ਰੱਖਦਾ ਹੈ। ਮਾਨਸ ਯਤਨ ਕਰਤ ਬਹੁ ਪਾਤ, ਮਨੁੱਖ ਤਾਂ ਬਹੁਤ ਸਾਰੇ ਯਤਨ ਕਰਦਾ ਹੈ ਭਾਂਤ ਭਾਂਤ ਦੇ, ਤਿਸ ਕੇ ਕਰਤਵ ਬਿਰਥ ਹੈ ਜਾਦ, ਉਸ ਦੇ ਕਰਤਵ ਬਿਰਥੇ ਚਲੇ ਜਾਂਦੇ ਨੇ। ਕਈ ਵਾਰੀ ਕੋਈ ਜੀਵ ਕਿਸੇ ਨੂੰ ਮਾਰਨਾ ਚਾਹੁੰਦਾ ਹੈ, ਲੇਕਿਨ ਜੇ ਪ੍ਰਭੂ ਚਾਹੇ, ਜਿਹਦਾ ਸਵਾਸ ਨਹੀਂ ਕੱਢਦਾ, ਉਸ ਦੀ ਰਾਖੀ ਕਰਦਾ ਹੈ, ਉਸ ਨੂੰ ਬਚਾ ਲੈਂਦਾ ਹੈ, ਹੱਥ ਦੇ ਕੇ ਰੱਖ ਲੈਂਦਾ ਹੈ। ਅਸੀਂ ਵੀ ਕਹਿ ਦਿੰਦੇ ਹਾਂ ਕਿ ਪ੍ਰਭੂ ਨੇ ਆਪ ਹੀ ਹੱਥ ਦੇ ਕੇ ਰੱਖਿਆ ਹੈ। ਪਰ ਜਿਸ ਦਾ ਸਮਾਂ ਆ ਜਾਂਦਾ ਹੈ, ਉੱਥੇ ਜੀਵ ਯਤਨ ਕਰਦਾ ਹੈ ਕਿ ਇਸ ਨੂੰ ਮੌਤ ਨਾ ਆਵੇ। ਡਾਕਟਰਾਂ ਕੋਲ ਜਾਂਦਾ ਹੈ, ਡਾਕਟਰ ਵੀ ਬਾਹ ਲਾਉਂਦੇ ਨੇ, ਕਿਉਂਕਿ ਉਹ ਵੀ ਮਨੁੱਖ ਹੀ ਨੇ, ਪਰ ਉੱਥੇ ਉਹਨਾਂ ਦੇ ਯਤਨ ਵਿਅਰਥ ਚਲੇ ਜਾਂਦੇ ਨੇ। ਕਿਉਂਕਿ ਜਿਸ ਨੂੰ ਆਪ ਮਾਰਨਾ ਹੈ ਉਸ ਨੂੰ ਕੋਈ ਬਚਾ ਨਹੀਂ ਸਕਦਾ, ਜਿਸ ਨੂੰ ਆਪ ਬਚਾਉਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ। ਮਾਰੇ ਨਾ ਰਾਖੈ ਅਵਰ ਨਾ ਕੋਏ, ਮਾਰਨੇ ਵਾਲਾ ਵੀ ਕੋਈ ਦੂਜਾ ਨਹੀਂ, ਰੱਖਣ ਵਾਲਾ ਵੀ ਕੋਈ ਨਹੀਂ, ਕਿਉਂਕਿ ਮਾਰਨ ਦਾ ਵੀ ਆਪ ਹੈ। ਜਿਸ ਦਾ ਸਮਾਂ ਆ ਗਿਆ, ਜਿਸ ਨੂੰ ਰੱਖਣਾ ਉਸ ਨੂੰ ਰੱਖਦਾ ਵੀ ਆਪ, ਉਸ ਨੂੰ ਕੋਈ ਮਾਰ ਨਹੀਂ ਸਕਦਾ, ਜਿਸ ਨੂੰ ਮਾਰਨਾ ਉਸ ਨੂੰ ਕੋਈ ਬਚਾ ਨਹੀਂ ਸਕਦਾ। ਸਰਬ ਜੀਆਂ ਕਾ ਰਾਖਾ ਸੋਏ, ਇਸ ਕਰਕੇ ਸਾਰਿਆਂ ਦਾ ਰਾਖਾ ਵੀ ਹੋਈ ਹੈ, ਪਰ ਉਹਨਾਂ ਸਮਾਂ ਜਿੰਨਾ ਸਮਾਂ ਸਾਨੂੰ ਦਿੱਤਾ ਹੈ ਪ੍ਰਭੂ ਨੇ ਗਿਣ ਕੇ ਦਿੱਤਾ ਹੈ। ਗਿਣ ਕਾਲੇ ਸਭ ਦਿਵਸਾਸ, ਨਾ ਵੱਢਣ ਕੱਟਣ ਤਿਲ ਸਾਰ। ਜਿੰਨਾ ਸਮਾਂ ਆਪਾਂ ਨੂੰ ਮਿਲਿਆ ਹੈ, ਉਹਨਾਂ ਸਮਾਂ ਸਾਡੀ ਰਖਵਾਲੀ ਵੀ ਆਪ ਕਰਦਾ ਹੈ। ਜਦੋਂ ਸਮਾਂ ਪੂਰਾ ਹੋ ਜਾਂਦਾ ਹੈ, ਫਿਰ ਸਾਨੂੰ ਮਾਰਨ ਵਾਲਾ ਵੀ ਆਪ ਹੈ, ਸਰੀਰ ਦਾ ਨਾਸ਼ ਕਰਨ ਵਾਲਾ ਵੀ ਆਪ ਹੈ। ਜੇਕਰ ਅਸੀਂ ਜੀਵਤ ਮਰਨਾ ਹੈ, ਅਮਰ ਪਦਵੀ ਪਾਉਣੀ ਹੈ, ਉੱਥੇ ਮਨ ਨੂੰ ਵੀ ਮਾਰ ਕੇ ਆਪ ਅਮਰ ਪਦਵੀ ਦਿੰਦਾ ਹੈ, ਆਪ ਜੀਵਾਲਦਾ ਹੈ। ਉਹ ਕਰਦਾ ਹੈ ਗੁਰ ਦੇ ਗਿਆਨ ਦੁਆਰਾ।
गुर प्रसादी जीवत मरै, मर जीवै शब्द कमाए। इस तरीके नाल वो भी उही करन वाला है, तन नूं भी रखण वाला, मारन वाला, मन नूं भी असली रूप देण वाला प्रभु ही है। काहे सोच करे रे प्राणी। इस करके सतगुरु समझाउंदे ने, क्यों सोच करदा प्राणी तू, जप नानक प्रभु अलख बिडाणी। तू ऐसे प्रभु नूं जप जो अलख है, जो अचरज है, उसनूं जप, उसके दर्शन कर, उसदे विच समा, निरभव हो जा। कादी सोच करता है, क्योंकि सारा कुछ करने वाला तो वो है। उसे नूं मिलन दी सानूं मौका मिलिया है। जदों आपां मन प्रकाश हो गया, पता चल गया, फिर सानूं पता चल जाएगा कि कोई मरण विच नहीं, कोई जन्मण विच नहीं है। ये तो उसका एक अपना खेल है, एक परम है। जिन्नी देर परम दे विच हाँ, उन्नी देर कपड़े भोगने पैणगे, 84 लख जूनी भोगनी पैगी। जदों परम खत्म हो गया, उदन साडा संसार दे विच जिहड़ा जन्म मरण दा खेल खत्म हो जाएगा, साडा आवन जावन खत्म हो जाएगा। बारंबार बार प्रभ जपीए, उसनूं बार बार, एक वारियो नहीं, बार बार जपीए, उसकी बार बार सिफ सलाह करिए, उसनूं बार बार ध्याइए। पी अमृत ए मन तंत्र पीए, यही उसकी सिफ सलाह ही अमृत है। गुर दा शब्द जदों जीव देंदा ते जेड़े सुनते ने, इसनूं अमृत कहा है। मन दा अमृत है शब्द, गुर दा शब्द। गुर की साखी अमृत पाखी, तित मन मानिया मेरा। गुर दा ज्ञान ही अमृत पाखना है। वही सुनने वाला पींदा है, वही सुनाने वाला पिलाउंदा है। उसनूं रसन अमृत प्याया मुआ जिवाया, बहुड़ मरना हुई, क्योंकि वो सच्चा शब्द है। आप प्रभु अपने जनां द्वारा देंदा है। नाम रतन जिन गुरमुख पाया, जिन्हां गुरमुखां ने नाम रतन नूं पा लिया है। तिस कस अवर नाही दृष्टाया, तिस किश अवर नाही दृष्टाया। फिर उसनूं नाम ही सारे पासे है, क्योंकि नाम ऐसी कोई जगह ही नहीं जिथे नाम नहीं है। पर जिन्हां ने उसनूं पा लिया प्रभु तो, प्रभु ने दया की थी, उन्हों मार के जीवाल देता, उसनूं पिला देता, खजाना बख्श दिता, उसनूं फिर होर नहीं, सारे पासे नाम है। सारा कुछ नाम तो पैदा होया है। नाम तन, उहदा तन भी की है नाम। नाम और रूप रंग, उसका रूप रंग भी की है नाम। प्रकाश, नामो सुख, सुख भी नाम तो। हर नाम का संग, ते हरि दे नाम का संग हुंदा है सदा। वही सारा सुख है, क्योंकि वो संग हो जा, अंग संग हो जाता है। कोई जगह ही नहीं जिथे नहीं, कोई ऐसी जगह नहीं जिथे आप मालिक नहीं, कि ऐसी जगह नहीं जिथे उसका नाम नहीं। नाम रस जो जंत्र पताने, जो जन फिर नाम रस दे विच सारा कुछ समझ के उसनूं तन सुख सब कुछ सोच समझ लेंदे ने, तृप्त हो जाते ने, मन तृप्त हो जाता है। नाम रस जो जंत्र पताने, मंत्र नाम है नाम समाने। मन भी तन भी नाम दे विच समा गया है। आपां नाम दे विच हां, चार सपेरे सारे पासे प्रकाश ही प्रकाश है। जिवें मछली पानी दे विच हुंदी, इदां आपां सारा संसार ही उसनूं उस ना प्रभु दे विच दिसदा है। उस अवस्था च जाके असीं रोज़ पढ़दे हाँ, जो लिखिया है गुरबाणी दे विच, तू दरियाओ सब तुझ ही माहे, तुझ बिन दूजा कोई नाहे। जी जंत सब तेरा खेल, विजोग मिल विछड़िया संजोगी मेल। जिसनूं तू जन आहे सोई जन जाने, हर गुण सद ही
ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਗੁਰਮੁਖਾਂ ਨੂੰ ਪ੍ਰਗਟ ਹੋ ਜਾਂਦਾ ਹੈ, ਫਿਰ ਸਾਰੇ ਹੋਏ ਹੈ। ਉਠਤ ਬੈਠਤ ਸੋਵਤ ਨਾਮ, ਉੱਠਦੇ ਬਹਿੰਦੇ ਸੋਭਦੇ ਨਾਮ, ਕਿਉਂਕਿ ਨਾਮ ਦੇ ਵਿੱਚ ਹੈ ਸਾਰਾ ਕੁਛ। ਨਾਮ ਹੈ, ਜਿਵੇਂ ਮੱਛੀ ਪਾਣੀ ਦੇ ਵਿੱਚ, ਭੋਜਨ ਵੀ ਬਾਣੀ ਹੈ, ਸੁਖ ਵੀ ਪਾਣੀ ਹੈ, ਸਾਰਾ ਕੁਛ ਪਾਣੀ ਹੀ ਹੈ, ਉਸਦਾ ਜੀਵਨ ਹੀ ਪਾਣੀ ਹੈ। ਇੱਦਾਂ ਜਨਾਂ ਦਾ, ਪ੍ਰਭੂ ਦੇ ਜਨਾਂ ਦਾ ਜੀਵਨ ਕੀ ਹੈ? ਨਾਮ। ਕਹੋ ਨਾਨਕ ਜਨ ਕੈ ਸਦਕਾਮ, ਤੇ ਸਮਝਾਉਂਦੇ ਨੇ ਕਿ ਉਹਦੇ ਜਨਾਂ ਦਾ ਸਦਕੰਮ ਹੀ ਕੀ ਹੈ? ਸਦਾ ਹੀ ਨਾਮ। ਨਾਮ ਨੂੰ ਧਿਆਉਣਾ, ਨਾਮ ਦੀ ਸਿਫਤ ਸਲਾਹ ਕਰਨੀ, ਨਾਮ ਦੇ ਰੰਗ, ਮਨ ਨੂੰ ਨਾਮ ਦੇ ਰੰਗ 'ਚ ਰੰਗਣਾ, ਨਾਮ ਦਾ ਸੁੱਖ ਮਾਣਨਾ, ਨਾਮ ਦਾ ਧਨ ਜੋ ਹੈ ਵੰਡਣਾ, ਕਿਉਂਕਿ ਖਜ਼ਾਨਾ ਤਾਂ ਮਾਲਕ ਦੇ ਦਿੰਦਾ ਹੈ, ਉਸ ਨੂੰ ਵਰਤਾਉਣਾ, ਉਸਦਾ ਸਿਫਤ ਸਲਾਹ ਕਰਨੀ। ਬੋਲੋ ਜਸ ਜੇਵਾ ਦਿਨ ਰਾਤ, ਫਿਰ ਰਸਨਾ ਦੁਆਰਾ ਜਸ ਉਸ ਪ੍ਰਭੂ ਦਾ ਦਿਨ ਰਾਤ ਬੋਲਦਾ ਹੈ, ਗਿਆਨ ਦਿੰਦਾ ਹੈ। ਕਦੋਂ ਦਿੰਦਾ ਹੈ? ਪ੍ਰਭ ਆਪਣੇ ਜਨ ਕੀਨੀ ਦਾਤ, ਕਿਉਂਕਿ ਪ੍ਰਭੂ ਨੇ ਆਪ ਆਪਣੇ ਜਨ ਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ, ਤਾਂ ਉਸ ਦੇ ਦਿਨ ਰਾਤ ਉਸ ਦਾ ਜਸ ਬੋਲਦਾ ਹੈ। ਕਰੈ ਭਗਤ ਆਤਮ ਕੈ ਚਾਏ, ਹੁਣ ਇਹ ਭਗਤੀ ਜਿਹੜੀ ਕਰਦਾ ਹੈ ਚੌ ਦੇ ਵਿੱਚ, ਉਹ ਵੀ ਆਤਮਿਕ ਚੌ ਦੇ ਵਿੱਚ, ਕੋਈ ਮਾਇਆ ਵਾਸਤੇ ਨਹੀਂ, ਕਿਸੇ ਲਾਲਚ ਵਾਸਤੇ ਨਹੀਂ, ਚੌ ਦੇ ਵਿੱਚ। ਕਿਉਂਕਿ ਜਿਵੇਂ ਭੁੱਖ ਲੱਗਦੀ ਹੈ ਕਿਸੇ ਕੰਮ ਦੀ, ਉੱਥੇ ਤਾਂ ਆਪਾਂ ਤਾਂ ਕੁਛ ਦੇ ਵੀ ਦਿੰਦੇ ਹਾਂ। ਜੇ ਭੁੱਖ ਲੱਗੀ ਹੋਵੇ, ਪਿਆਸ ਲੱਗੀ ਹੋਵੇ, ਆਪਾਂ ਪੈਸੇ ਦੇ ਕੇ ਪਾਣੀ ਲੈ ਲੈਂਦੇ ਹਾਂ, ਭੋਜਨ ਲੈ ਲੈਂਦੇ ਹਾਂ। ਇੱਦਾਂ ਜਿਨ੍ਹਾਂ ਨੂੰ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਭੁੱਖ ਲੱਗਦੀ ਹੈ, ਉਹ ਤਾਂ ਕੋਲੋਂ ਦੇਖ ਕੇ ਵੀ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਕੋਈ ਲਾਲਚ ਨਹੀਂ ਹੁੰਦਾ। ਕਿਉਂਕਿ ਜਿਨ੍ਹਾਂ ਨੂੰ ਭੁੱਖ ਨਹੀਂ, ਜਿਨ੍ਹਾਂ ਦਾ ਵਪਾਰ ਹੈ, ਉਹ ਫਿਰ ਉਸ ਪ੍ਰਭੂ ਦੀ ਸਿਫਤ ਸਲਾਹ ਤਾਂ ਉਹ ਕਰ ਨਹੀਂ ਸਕਦੇ, ਲੇਕਿਨ ਉਹਨਾਂ ਭੋਲੇ ਭਾਲੇ ਲੋਕਾਂ ਨੂੰ ਇਹ ਜਨਾ ਦਿੰਦੇ ਕਿ ਅਸੀਂ ਸਿਫਤ ਸਲਾਹ ਕਰਦੇ ਹਾਂ, ਲੇਕਿਨ ਇਸ ਦੀ ਸਾਡੀ ਇਹ ਨਹੀਂ ਭੇਟਾ ਲਵਾਂਗੇ। ਇਸ ਕਰਕੇ ਇਹ ਫਰਕ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਜਿਹੜੇ ਪ੍ਰਭੂ ਦੇ ਜਨ ਨੇ ਉਹ ਫਿਰ ਚੌ ਦੇ ਵਿੱਚ ਗਾਉਂਦੇ ਨੇ। ਕਰੈ ਭਗਤ ਆਤਮ ਕੈ ਚਾਹੇ, ਪ੍ਰਭ ਆਪਣੇ ਸਿਉ ਰਹਿ ਸਮਾਏ, ਆਪਣੇ ਪ੍ਰਭੂ ਸਮਾਏ ਰਹਿੰਦੇ ਨੇ, ਜਿਵੇਂ ਮੱਛੀ ਪਾਣੀ 'ਚ ਹੀ ਰਹਿੰਦੀ, ਇੱਦਾਂ ਉਹਦੇ ਵਿੱਚ ਹੀ ਵਸਦੇ ਨੇ। ਜੋ ਹੋਆ ਹੋਵਤ ਸੋ ਜਾਣੈ, ਜੋ ਕੁਛ ਵੀ ਹੁੰਦਾ ਹੈ ਉਹ ਜਾਣਦੇ ਨੇ ਕਿ ਉਸ ਪ੍ਰਭੂ ਦੇ ਹੁਕਮ ਦੇ ਵਿੱਚ, ਪ੍ਰਭੂ ਦੇ ਪਾਣੇ ਵਿੱਚ ਹੋਇਆ। ਪ੍ਰਭ ਆਪਣੇ ਕਾ ਹੁਕਮ ਪਛਾਨੈ, ਤੇ ਪ੍ਰਭੂ ਆਪਣੇ ਦੇ ਹੁਕਮ ਨੂੰ ਸਮਝ ਕੇ ਦੇਖਦੇ ਨੇ ਕਿ ਜੋ ਹੋ ਰਿਹਾ ਉਹਦੇ ਪਾਣੇ 'ਚ ਹੋ ਰਿਹਾ, ਕਿਉਂਕਿ ਕਰਨ ਵਾਲਾ ਉਹੀ ਹੈ। ਉਹਦੇ ਜਨਾਂ ਨੇ ਉਸਦੀ ਆਗਿਆ ਦੇ ਵਿੱਚ ਚੱਲਣਾ ਹੈ, ਉਸਦੇ ਹੁਕਮ ਦੇ ਵਿੱਚ ਚੱਲਣਾ ਹੈ। ਤਿਸ ਕੀ ਮਹਿਮਾ ਕੌਣ ਬਖਾਨੋ, ਹੁਣ ਐਸੇ ਜਨ, ਉਹਨਾਂ ਦੀ ਮਹਿਮਾ ਵੀ ਕੋਈ ਬਖਿਆਨ ਨਹੀਂ ਕਰ ਸਕਦਾ। ਜਿਵੇਂ ਪ੍ਰਭੂ ਦੀ ਮਹਿਮਾ ਨਹੀਂ ਬਖਿਆਨ ਕਰ ਸਕਦਾ ਕੋਈ, ਇੱਦਾਂ ਸੰਤ ਦੀ, ਸਾਧੂ ਦੀ ਮਹਿਮਾ ਵੀ ਕੋਈ ਬਖਿਆਨ ਨਹੀਂ ਕਰਦਾ। ਸਾਧ ਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਣੇ ਤੇਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਇਸੇ ਤਰੀਕੇ ਨਾਲ ਜਿਹੜੇ ਹਰੀ ਦੇ ਜਨ ਨੇ, ਸਾਧੂ ਜਾਨੀ ਹੁੰਦੇ ਨੇ, ਉਹ ਮਤਲਬ ਕਹਿੰਦੇ ਉਹਨਾਂ ਦੀ ਮਹਿਮਾ ਜਿਹੜੀ ਹੋਰ ਕੋਈ ਵਿਖਿਆਨ ਨਹੀਂ ਕਰ ਸਕਦਾ, ਜਾਂ ਉਹ ਜਿਹੜੀ ਸਿਫਤ ਸਲਾਹ ਕਰਦੇ ਨੇ ਹੋਰ ਨਹੀਂ ਕਰ ਸਕਦਾ। ਤਿਸ ਕਾ ਗੁਣ ਕਹਿ ਏਕ ਨ ਜਾਨੋ, ਇੱਕ ਗੁਣ ਵੀ ਕੋਈ ਕਹਿ ਨਹੀਂ ਸਕਦਾ। आठ पहर प्रभ बसै हजूरे, अठे पहर प्रभु सामने प्रगट है। कहो नानक से जन पूरे, वो पूरे जन ने उस प्रभु दे जनां दे सदा सामने प्रगट रूप दे विच है, कदे भी
ਵਿਛੋੜਾ ਨਹੀਂ ਹੈ। ਮਨ ਮੇਰੇ ਤਿਨ ਕੀ ਓਟ ਲੈ। ਹੁਣ ਸਮਝਾਉਂਦੇ ਨੇ ਕਿ ਹੇ ਮੇਰੇ ਮਨ, ਐਸੇ ਜਨਾਂ ਦੀ ਤੂੰ ਓਟ ਲੈ, ਸੰਤ ਜਨਾਂ ਦੀ ਓਟ ਲੈ। ਉਹਨਾਂ ਓਟ ਕੀ ਲੈਣੀ ਹੈ ਕਿ ਉਹਨਾਂ ਤੋਂ ਗਿਆਨ ਲੈ, ਗੁਰ ਦਾ ਗਿਆਨ, ਉਹ ਗਿਆਨ ਦੀ ਟੇਕ ਰੱਖ। ਮਨ ਤਨ ਆਪਣਾ ਤਿੰਨ ਜਨ ਦੇ, ਆਪਣਾ ਮਨ ਤਨ ਉਹਨਾਂ ਜਨਾਂ ਨੂੰ ਦੇ ਦੇ, ਸੌਂਪ ਦੇ। ਇਹ ਸੌਂਪਣਾ ਕੀ ਹੁੰਦਾ ਹੈ ਕਿ ਉਹ ਦੱਸਣਗੇ ਵੀ ਇੱਦਾਂ ਤੂੰ ਧਿਆਉਣਾ ਹੈ, ਤੂੰ ਉਵੇਂ ਧਿਆਉਣਾ ਹੈ। ਤਨ ਕਰਕੇ ਤੇ ਮਨ ਕਰਕੇ ਤੂੰ ਕਰਨਾ ਹੈ, ਉਵੇਂ ਕਰਨਾ ਹੈ ਜਿਵੇਂ ਉਹ ਕਹਿਣਗੇ। ਜਿਵੇਂ ਆਪਾਂ ਘਰ ਦੇ ਵਿੱਚ ਕੋਈ ਨੌਕਰ ਰੱਖ ਲਈਏ, ਆਪਾਂ ਕਹੀ ਵੀ ਇਹ ਕਰਮ ਇੱਦਾਂ ਕਰ, ਉਵੇਂ ਕਰੇਗਾ। ਕਿਉਂਕਿ ਉਹ ਜੇ ਦਿਹਾੜੀ 'ਤੇ ਹੈ 7-8 ਘੰਟੇ ਵਾਸਤੇ ਉਹਨੇ ਸਾਨੂੰ ਆਪਾਂ ਸਮਰਪਿਤ ਕੀਤਾ ਹੈ ਤਨ ਮਨ, ਵੀ ਹਾਂ ਜੋ ਤੂੰ ਕਰੇਂਗਾ 8 ਘੰਟੇ ਆਪਾਂ ਉਸ ਨੂੰ ਦਿਹਾੜੀ ਦੇਣੀ ਹੈ, ਜੋ ਆਪਾਂ ਕਹਿੰਦੇ ਉਹ ਕਰਦਾ ਹੈ। ਇੱਦਾਂ ਹੀ ਇੱਥੇ ਆਪਾਂ ਤਨ ਮਨ ਸੌਂਪਦੇ ਹਾਂ ਅਤੇ ਉਹ ਸਾਨੂੰ ਕਹਿੰਦੇ ਨੇ ਇੱਦਾਂ ਆਪਾਂ ਧਿਆਉਣਾ ਹੈ, ਇੱਦਾਂ ਦ੍ਰਿਸ਼ਟੀ ਨੂੰ ਨੇੜੇ ਟਿਕਾਉਣਾ ਹੈ, ਅਤੇ ਉਹੀ ਤਨ ਮਨ ਸੌਂਪਣਾ ਹੈ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਜਿਸ ਜਨ ਨੇ ਆਪਣੇ ਪ੍ਰਭੂ ਨੂੰ ਪਹਿਚਾਨ ਲਿਆ, ਸੋ ਜਨ ਸਰਬ ਥੋਕ ਕਾ ਦਾਤਾ। ਉਹਦੇ ਕੋਲ ਫਿਰ ਇੱਕ ਖਜ਼ਾਨਾ ਹੈ ਜਿਹੜਾ ਸਾਰੇ ਖਜ਼ਾਨਿਆਂ ਤੋਂ ਵੱਡਾ ਖਜ਼ਾਨਾ ਹੈ, ਜਿੱਥੋਂ ਸਾਰਾ ਕੁਛ ਪੈਦਾ ਹੋਇਆ ਹੈ। ਉਹ ਫਿਰ ਸਾਨੂੰ ਉਹ ਗਿਆਨ ਦੇ ਸਕਦਾ ਹੈ। ਤਿਸ ਕੀ ਸਰਨ ਸਰਬ ਸੁਖ ਪਾਵੈ। ਮੈਂ ਕਹਿੰਦੇ ਉਹਨਾਂ ਦੀ ਸਰਨ ਦੇ ਵਿੱਚ ਗਿਆ, ਕਿਉਂਕਿ ਉਹ ਸਰਨ ਕਿੱਥੇ ਲੈ ਕੇ ਜਾਂਦੇ ਨੇ। ਉਹਨਾਂ ਦੀ ਸ਼ਰਨ ਕੀ ਹੈ, ਜਿਵੇਂ ਅਸੀਂ ਆਪਣੇ ਪਿਤਾ ਦੇ ਘਰ ਵਿੱਚ ਹੋਈਏ, ਕਿਸੇ ਹੋਰ ਨੇ ਆਉਣਾ ਹੋਵੇ, ਸਾਡੀ ਸ਼ਰਨ 'ਚ ਆਵੇ, ਕਿੱਥੇ ਆਏਗਾ? ਸਾਡੇ ਪਿਤਾ ਦੇ ਘਰ ਵਿੱਚ। ਇੱਦਾਂ ਹੀ ਜਿਹੜੇ ਸਰੀ ਦੇ ਜਨ ਨੇ ਉਹ 'ਚ ਸਮਾਏ ਨੇ, ਉਹਨਾਂ ਦੀ ਸ਼ਰਨ 'ਚ ਜਾਣਾ ਹੀ ਮਾਲਕ ਦੀ ਸ਼ਰਨ ਦੇ ਵਿੱਚ ਜਾਣਾ ਹੈ, ਕਿਉਂਕਿ ਉੱਥੇ ਆਪ ਮਾਲਕ ਪ੍ਰਗਟ ਹੈ। ਸੰਗਤ 'ਚ ਜਾਣਾ, ਪ੍ਰਭੂ ਦੀ ਸ਼ਰਨ 'ਚ ਜਾਣਾ, ਸੰਤਾਂ ਦੀ ਸ਼ਰਨ ਜਾਣਾ ਹੀ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣਾ ਹੈ, ਕਿਉਂਕਿ ਉੱਥੇ ਆਪ ਪ੍ਰਭੂ ਵਸਦਾ, ਵਿੱਚ ਸੰਗਤ ਹਰ ਪ੍ਰਭ ਬਸੈ ਜੀ। ਤਿਸ ਕਾ ਦਰਸ ਸਭ ਪਾਪ ਮਿਟਾਵੈ। ਤੇ ਉਸ ਦੇ ਦਰਸ਼ਨ ਕੋਈ ਸਰੀਰ ਦੇ ਨਹੀਂ, ਗਿਆਨ ਦੇ। ਜਦੋਂ ਗਿਆਨ ਲੈ ਕੇ ਉਹਨਾਂ ਨੂੰ ਆਪਣਾ ਤਨ ਮਨ ਸੌਂਪ ਕੇ ਚੱਲਦੇ ਹਾਂ, ਤੇ ਉੱਥੇ ਫਿਰ ਦਰਸ਼ਨ ਕਿਸ ਦੇ ਹੋ ਜਾਂਦੇ ਨੇ? ਪ੍ਰਕਾਸ਼ ਦੇ, ਪ੍ਰਭੂ ਦੇ, ਕਿਉਂਕਿ ਅਸੀਂ ਸਾਰੇ ਪ੍ਰਕਾਸ਼ੀ ਹਾਂ। ਉਹਨਾਂ ਦਰਸ਼ਨਾਂ ਦੇ ਨਾਲ ਹੀ ਸਾਡੇ ਪਾਪਾਂ ਦਾ ਨਾਸ ਹੋ ਜਾਂਦਾ ਹੈ, ਮਨ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਆਪਾ ਖਤਮ ਹੋ ਜਾਂਦਾ ਹੈ। ਆਵਰ ਸਿਆਣਪ ਸਗਲੀ ਛੱਡ, ਕਹਿੰਦੇ ਹੋਰ ਆਪਣੀ ਸਿਆਣਪ ਛੱਡ ਦੇ ਸਾਰੀ, ਤਿਸ ਜਨ ਕੀ ਤੂੰ ਸੇਵਾ ਲਾਗ। ਐਸੇ ਜਨਾਂ ਦੀ ਸੇਵਾ ਲੱਗ। ਐਸੇ ਜਨ ਦੱਸਣਗੇ ਇੱਦਾਂ ਆਪਾਂ ਧਿਆਉਣਾ ਹੈ, ਇੱਦਾਂ ਉਹ ਕਰਨਾ ਹੈ, ਉਹ ਕਰ। ਆਵਣ ਜਾਣ ਨਾ ਹੋਵੀ ਤੇਰਾ, ਤੇਰਾ ਆਵਣ ਜਾਵਣ ਨਹੀਂ ਹੋਏਗਾ, ਖਤਮ ਹੋ ਜਾਏਗਾ, ਤੂੰ ਮੁਕਤ ਹੋ ਜਾਏਗਾ। ਕਹ ਨਾਨਕ ਪੂਜੋ, ਕਹ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਤੂੰ ਉਹਨਾਂ ਦੇ ਬਚਨਾਂ ਨੂੰ ਸਦਾ ਮੰਨਦਾ ਰਹਿ, ਪੂਜਦਾ ਰਹਿ, ਕਮਾਉਂਦਾ ਰਹਿ, ਆਵਣ ਜਾਵਣ ਤੇਰਾ ਖਤਮ ਹੋ ਜਾਏਗਾ। ਕਿਉਂਕਿ ਇੱਥੇ ਪੈਰ ਕੋਈ ਸਰੀਰ ਦੇ ਪੈਰ ਨਹੀਂ, ਬਚਨ, ਜਿੱਥੇ ਆਪਾਂ ਪਹਿਲਾਂ ਹੀ ਸ਼ੁਰੂ ਕੀਤਾ, ਚਰਨ ਸਤ ਪ੍ਰਸੰਨ। ਉਹੀ ਬਚਨਾਂ ਨੂੰ ਕਮਾਉਣਾ, ਉਹੀ ਚਰਨੇ, ਉਹੀ ਗਿਆਨ ਜੋ ਹੈ। ਤੇ ਇਸ ਦੇ ਨਾਲ ਹੀ ਆਵਣ ਜਾਵਣ ਸਾਡਾ ਖਤਮ ਹੋ ਜਾਏਗਾ, ਅਸੀਂ ਮੁਕਤ ਹੋ ਜਾਵਾਂਗੇ। ਸੋ ਆਓ ਗੁਰਮੁਖ ਪਿਆਰਿਓ, ਆਓ ਹੁਣ ਆਪਾਂ ਨਾਲ ਅਭਿਆਸ ਕਰੀਏ ਉਹ ਵਚਨਾਂ ਨੂੰ। ਇਹ ਨਹੀਂ ਸਮਝਣਾ ਕਿ ਕੋਈ ਜੋ ਤੁਹਾਨੂੰ ਦਿਸਦਾ ਮੈਂ ਦੇ ਰਿਹਾ ਕੁਛ, ਕਿਉਂਕਿ ਇਸ ਤੇ ਇੱਕ ਚਾਕਰ ਹੈ, ਇੱਕ ਕੁੱਕਰ ਹੈ ਉਸ ਪ੍ਰਭੂ ਦੇ। ਪਤਾ ਨਹੀਂ ਸਾਡੇ ਕਿਆ ਦਇਆ ਕੀਤੀ ਉਸਨੇ, ਅਸੀਂ ਤਾਂ ਇੰਨੇ ਜੋਗੇ ਹੈ ਵੀ ਨਹੀਂ ਸੀ। ਪਤਾ ਨਹੀਂ ਕੀ ਦੇਖਿਆ ਕਿ ਆਪਣੀ ਸੇਵਾ ਚਲਾਇਆ ਹੈ, ਲੇਕਿਨ ਸਾਡਾ ਕੁਛ ਵੀ ਨਹੀਂ ਹੈ। ਜੋ ਹੈ ਉਸੇ ਦਾ, ਜੋ ਬਚਨ ਨੇ ਉਸੇ ਦੇ ਨੇ। ਇਸ ਕਰਕੇ ਸੱਚ ਕਰਕੇ ਮੰਨ ਕੇ ਕਮਾ ਕੇ ਦੇਖਣਾ ਹੈ। ਜੋ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਹੈ ਉਹੀ ਸੱਚ ਹੋਏਗਾ।
पर विश्वास की लोड़ है, मनण की लोड़ है, गुरबाणी नूं समझ के मन के कमाउण की जरूरत है। सो रस्ता की है, चरण की ने, गुर की है कि इस मार्ग ते चलना है, इस मार्ग नूं चल के प्रभु की शरण दे विच जाना है। एक हो के आओ, एक होने का की है कमें पता चले कि असी कहाँ, क्योंकि चलते हाँ रोज़ अभ्यास के विच जीवां नूं समझाउंदे हाँ। अनेकां जीव ऐसे मिलते ने जिहड़े पहले एक दृष्ट हुंदे ने, पर उन्हां विचारिਆਂ नूं ज्ञान नहीं हुंदा। बहुत सारे जीव ने जिन्हां नूं आपां देवता कह सकते, लेकिन पता नहीं। इस करके पहला अपने आप नूं आपां इन्ना ही परखना है कि असीं साडी अवस्था की है, असीं एक दृष्ट हाँ कि दो दृष्ट हाँ। उहदी निशानी की है कि दोनों नेत्रां नूं दृष्टि नूं इत्थे फोकस करके देखना, इस पॉइंट ते नक दे सिरे ते इत्थे देखण नाल जेकर नक नहीं दिसदा फिर असीं एक दृष्ट हाँ, उत्थे साडा मन देवता है, पर देवता मुक्त नहीं है। जे नक दिसदा है फिर असीं दो दृष्ट हाँ, फिर आपां देख सकते हाँ कि किस पासे ध्यान है। असीं तमोगुणी हाँ, रजोगुणी हाँ, सतोगुणी हाँ, क्योंकि दो दृष्टि च जीव तीन अवस्था दे विच विचरदा है, रजोगुण, तमोगुण, सतोगुण। जे तां सानू सज्जे पासे नक दिसदा है इस पासे, फिर असीं तमोगुणी हाँ। जे खब्बे पासियों दिसदा है फिर असीं रजोगुणी हाँ। जे दवल्ले दिसदा है विचाले ते फिर आपां सतोगुणी हाँ। जे नहीं दिसदा तां फिर असीं एक दृष्ट हाँ, जिथे साडा मन एक देवता अवस्था है। इन्हां अपने आप नूं पहलां आपां परखना है, समझना है। उस तो बाद आप जी नूं आवाज़ देवांगा कि ध्यान सामने लैके आओ। जिहड़ा ये बचन है गुर दा वचन, गुर दा तरीका कि चलन दा ज्ञान, ये जे असीं इस नूं ये समझ लिया कि आप प्रभु सानू दे रहा है, जे सानू सुन के मन विच विश्वास आ गया तो साडा प्रभु दे नाल मिलाप हो जाता है। सत स्वरूप हृदय जिन मान्या, करन करावन तिन मूल पछान्या, जाके हृदय विश्वास प्रवाया, तत ज्ञान तिस मन प्रगटाया। सो इत्थों मैं आप जी नूं आवाज़ देवांगा कि ध्यान सामने लैके आओ, तो आपां सामने देखना है। फिर आप जी नूं आवाज़ देवांगा कि ध्यान मस्तक दे सामने लै जाओ, पलका उत्ते चुको। फिर जदों कहांगा सामने, फिर सामने लैके आना है। फिर जदों कहांगा सम करके देखो, फिर दृष्टि इत्थे फोकस करके देखना है। जेरे जी पहला अपने प्रकाश रूप नूं देखना है। जे कोई नवा जीव है, जे नक दिसदा है, उसने दोबारा जदों वापस आके ध्यान ला के इत्थे दृष्टि फोकस करके फिर देखना है। जेकर उसनूं नक दिसनों हट गया तो एक दृष्ट हो गया। जेकर पूरा विश्वास करांगे तो सानू असीं एक दृष्ट भी हो जावांगे, सानू दर्शन भी हो जाणगे, पर गल है विश्वास की। सो आओ गुरमुख प्यारिओ, आओ पहला नेत्र सम करिए, इस पॉइंट ते दृष्टि फोकस करके अपने आप नूं देखिए। सामने लैके आओ ध्यान।
ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। फिर सामने लेके आइए। फिर सम करके देखिए, दृष्टि फोकस करके फिर अपने आप को देखिए। जे कोई नवा जीव, जे नक दिसदा सी पहला, चाहे सज्जे सी, चाहे खब्बे सी, चाहे विचाले सी, हुण आपां इह देखना है कि दिसनों हट गया। दिसनों हट गया तो एक दृष्ट हो गए। ਜਾਂ इस पासे खब्बे पासे सानू एक हल्का हल्का महसूस हो सकता है शाई, एक शाई जी हल्की हल्की महसूस हो सकती खब्बे, क्योंकि इसे पासे साडा ध्यान आना है। इधरला नेत्र साडा बंद हो जाना, ये नेत्र ने इस पासे आना है। ध्यान नीचे ले जाओ, बिल्कुल रिलैक्स नीचे देखना है। जो भी थले विषय है, चादर फर्श जो है, उस तो थोड़ा ऊपर देखने की कोशिश करनी है। इत्थे सानू प्रकाश अनुभव होना शुरू होएगा। जिमें जल है, जल दी न्याई इत्थे सानू प्रकाश अनुभव होएगा। जिमें सरोवर दे विच जल दीयां लहरां हुंदियां ने, इत्थे सानू प्रकाश दीयां लहरां अनुभव होणगियां, जो अमृत जल है। फिर सम करके अपने आप को देखिए।
फिर नीचे लै जो ध्यान। और सम करके फिर देखे अपने आप ਨੂੰ, फिर दृष्टि फोकस करके अपने आप ਨੂੰ देखिए। वाहिगुरु जी का खालसा, वाहिगुरु जी की फतेह। सो गुरमुख प्यारियो, ਕਰਨ बहुत छोटा है चीज, समझ के चलन दे वास्ते बहुत आसान मार्ग है। क्योंकि कुछ भी नहीं करना होंदा, सिर्फ नेत्र सम करने ने, नेड़े देखना है एक दृष्ट होके। पर इस ते विश्वास करना थोड़ा औखा है, क्योंकि सानू बहुत कुछ होर ही सुनाया गया है। सानू सतगुरां दी बाणी दे नाल नहीं जोड़िया गया, सानू भरम च पा के बाणी तो उल्ट चलाया जा रहा है। सो आओ आपां सतगुरां दे उपदेश नू मनीए, कमाईए ते अपना जीवन सफल करिए, ते फिर होरां नू भी ये प्रचार करिए। क्योंकि जे आपां ये परोपकार नहीं करते, फिर साडा तन भी व्यर्थ ही है। मिथ्या तन नहीं पर उपकारा, मिथ्या बास लेत बेकारा। सो आओ आपां आप भी ध्याना है, होरां नू भी दसना है। आप जपे आवरा नाम जपावे। सो आओ इन्ने क विचार करते हैं, बहुत सारिया भुलां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा,
ਵਾਹਿਗੁਰੂ ਜੀ ਕੀ ਫਤਿਹ।